हाँ जी प्यारे बच्चों, पिछली वीडियो ਦੇ ਵਿੱਚ ਆਪਾਂ ਨੇ ਪੜਿਆ ਸੀਗਾ ਲਗਾਂ ਤੇ ਲਗਾਂ ਅੱਖਰਾਂ ਬਾਰੇ। ਅੱਜ ਆਪਾਂ ਸ਼ਬਦ ਬੋਧ ਬਾਰੇ ਪੜਾਂਗੇ। ਸ਼ਬਦ ਬੋਧ ਦੇ ਬਾਰੇ ਵਿਸਥਾਰਪੂਰਵਕ ਪੜਾਂਗੇ ਆਪਾਂ, ਜੋ ਤੁਹਾਨੂੰ ਸੀਬੀਐਸਈ ਦੇ ਵਿੱਚ, ਪੀਐਸਸੀ ਵੀ, ਕਿਸੇ ਵੀ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਆ ਸਕਦੇ ਨੇ। ਤਾਂ ਸੋ ਤੁਸੀਂ ਇਸ ਨੂੰ ਵਧੀਆ ਤਰੀਕੇ ਦੇ ਨਾਲ ਸਮਝ ਕੇ ਧਿਆਨ ਨਾਲ ਸਮਝਣਾ ਤੇ ਯਾਦ ਕਰਨਾ ਹੈ। ਸ਼ਬਦ ਬੋਧ, ਬੋਧ ਦਾ ਮਤਲਬ ਹੁੰਦਾ ਹੈ ਗਿਆਨ, ਸ਼ਬਦਾਂ ਦਾ ਗਿਆਨ। ਸ਼ਬਦ ਬੋਧ ਦੇ ਅਧੀਨ ਸ਼ਬਦਾਂ ਦੀ ਪਰਿਭਾਸ਼ਾ ਤੇ ਉਸ ਦੀਆਂ ਕਿਸਮਾਂ ਸੰਬੰਧੀ ਜਾਣਨ ਤੋਂ ਇਲਾਵਾ ਵਿਆਕਰਨ ਵਰਗ ਦੀ ਦ੍ਰਿਸ਼ਟੀ ਤੋਂ ਸ਼ਬਦ ਵੰਡ ਸੰਬੰਧੀ ਵੀ ਜਾਣਕਾਰੀ ਦਿੱਤੀ ਜਾਂਦੀ ਹੈ। ਸ਼ਬਦਾਂ ਦੀ ਵੰਡ ਕਿਵੇਂ ਕਰਨੀ ਹੈ। ਸਭ ਤੋਂ ਪਹਿਲਾਂ ਸ਼ਬਦ ਤੇ ਭਾਵਾਂਸ਼। ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਸੀ ਮੈਨੇ, ਭਾਵਾਂਸ਼ ਕੀ ਹੁੰਦੇ ਨੇ? ਛੋਟੇ ਛੋਟੇ ਸ਼ਬਦ ਹੁੰਦੇ ਨੇ, ਜਿਵੇਂ ਮਾਂ, ਕਾਂ, ਹਾਂ, ਇਸ ਤਰ੍ਹਾਂ ਦੇ ਹੁੰਦੇ ਨੇ। ਠੀਕ ਹੈ। ਭਾਸ਼ਾ ਦੀ ਛੋਟੀ ਤੋਂ ਛੋਟੀ ਸੁਤੰਤਰ ਤੇ ਸਾਰਥਿਕ ਇਕਾਈ ਕਿਹੜੀ ਹੈ? ਸ਼ਬਦ। ਠੀਕ ਹੈ। ਪਰ ਜੇ ਵੇਖੀਏ ਕਿ ਅੱਖੀਂ, ਪਿੰਡੋਂ, ਘਰੋਂ ਆਦਿ ਸ਼ਬਦਾਂ ਵਿੱਚ ਅੰਤਿਮ ਜਿਹੜੇ ਈ ਸ਼ਬਦ ਨੇ, ਅੱਖੀਂ ਈ, ਪਿੰਡੋਂ ਡੋਂ ਤੇ ਘਰਾਂ ਆ, ਠੀਕ ਹੈ, ਦੇ ਵੀ ਆਪਣੇ ਵਿਸ਼ੇਸ਼ ਅਰਥ ਹਨ। ਇਸ ਤਰ੍ਹਾਂ ਸਪਸ਼ਟ ਹੈ ਕਿ ਈ, ਓ ਅਤੇ ਆ ਵੀ ਭਾਸ਼ਾ ਦੀਆਂ ਅਜਿਹੀਆਂ ਇਕਾਈਆਂ ਹਨ ਜੋ ਸ਼ਬਦ ਨਹੀਂ ਪਰੰਤੂ ਸ਼ਬਦਾਂ ਦਾ ਹੀ ਇੱਕ ਅੰਸ਼ ਹਨ। ਇਹਨਾਂ ਦੇ ਵਿੱਚ ਆਪਣੇ ਅਰਥ ਹਨ ਤੇ ਕਿਸੇ ਭਾਵ ਨੂੰ ਪ੍ਰਗਟ ਕਰ ਰਹੀਆਂ ਹਨ। ਇਹਨਾਂ ਦੇ ਆਪਣੇ ਅਰਥ ਨੇ ਤੇ ਕਿਸੇ ਨਾ ਕਿਸੇ ਭਾਵ ਨੂੰ ਇਹ ਪ੍ਰਗਟ ਕਰ ਰਹੀਆਂ ਨੇ। ਭਾਸ਼ਾ ਵਿਗਿਆਨੀ ਵਿਆਕਰਨ ਵਿੱਚ ਅਜਿਹੀਆਂ ਇਕਾਈਆਂ ਨੂੰ ਭਾਵੰਸ਼ ਦਾ ਨਾਂ ਦਿੰਦੇ ਨੇ। ਇੰਜ ਇਹ ਭਾਸ਼ਾ ਦਾ ਉਹ ਅੰਸ਼ ਹਨ ਜੋ ਕਿਸੇ ਅਰਥ ਜਾਂ ਭਾਵ ਨੂੰ ਪ੍ਰਗਟ ਕਰਦਾ ਹੈ। ਇਸ ਆਧਾਰ ਤੇ ਹੀ ਭਾਵੰਸ਼ ਦੀ ਪਰਿਭਾਸ਼ਾ ਇਸ ਪ੍ਰਕਾਰ ਹੈ। ਭਾਸ਼ਾ ਦੀ ਛੋਟੀ ਤੋਂ ਛੋਟੀ ਇਕਾਈ ਨੂੰ ਕੀ ਕਹਿੰਦੇ ਆ? ਭਾਵੰਸ਼। ਇਸੇ ਆਧਾਰ ਤੇ ਅੱਖੀਂ ਦਾ ਈ ਸ਼ਬਦ ਆ ਜਿਹੜਾ ਭਾਵੰਸ਼, ਜਿਵੇਂ ਤੁਹਾਨੂੰ ਦੱਸਿਆ ਸੀ ਨਾ, ਮਾਂ, ਕਾਂ, ਗਾਂ, ਹਾਂ, ਉਹ ਕੀ ਨੇ? ਛੋਟੇ ਭਾਵੰਸ਼ ਨੇ ਉਹ, ਕਿਉਂਕਿ ਇਹਨਾਂ ਦੇ ਆਪੋ ਆਪਣੇ ਅਰਥ ਨੇ। ਇਸੇ ਤਰ੍ਹਾਂ ਇਹ ਛੋਟੀ ਤੋਂ ਛੋਟੀ ਇਕਾਈ ਹੈ। ਵਿਆਕਰਨ ਦੀ ਸਭ ਤੋਂ ਛੋਟੀ ਇਕਾਈ ਕਿਹੜੀ ਹੈ? ਭਾਵੰਸ਼। ਸਭ ਤੋਂ ਵੱਡੀ ਇਕਾਈ ਹੈਗੀ ਆ ਵਾਕ, ਕਿਉਂਕਿ ਇਸ ਤੋਂ ਅੱਗੇ ਹੋਰ ਸਾਰਥਕ ਹਿੱਸੇ ਨਹੀਂ ਕੀਤੇ ਜਾਂਦੇ। ਇਹ ਤੋਂ ਅੱਗੇ ਦੇ ਹੋਰ ਹਿੱਸਾ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪਿੰਡ ਅਤੇ ਘਰ ਵੀ ਭਾਵੰਸ਼ ਹਨ। ਇਸ ਤਰ੍ਹਾਂ ਭਾਵੇਂ ਈ, ਓ, ਆ, ਅੱਖ, ਪਿੰਡ, ਘਰ ਆਦਿ ਸਾਰੇ ਭਾਵੰਸ਼ ਹਨ, ਪਰ ਇਹਨਾਂ ਵਿੱਚ ਅੰਤਰ ਇਹ ਹੈ ਕਿ ਈ, ਓ ਤੇ ਆ ਭਾਵੰਸ਼ ਕਦੇ ਇਕੱਲੇ ਨਹੀਂ ਵਰਤੇ ਜਾਂਦੇ। ਉਹੀ ਆਪਾਂ ਨੂੰ ਪਤਾ ਹੈ, ਦੇਖ ਕੇ ਪਤਾ ਲੱਗ ਰਿਹਾ ਵੀ ਆਪਾਂ ਇਕੱਲੇ ਸ਼ਬਦ ਨਹੀਂ ਵਰਤ ਸਕਦੇ ਹੈਗੇ। ਜਦੋਂ ਆਪਾਂ ਇਹਨੂੰ ਕਿਸੇ ਸ਼ਬਦ ਦੇ ਪਿੱਛੇ ਲਾ ਦਾਂਗੇ ਫਿਰ ਇਹਨਾਂ ਦੇ ਅਰਥ ਵੀ ਸਾਰਥਕ ਹੋ ਜਾਂਦੇ ਨੇ। ਉਹਨਾਂ ਫਿਰ ਤਾਂ ਹੀ ਇਹਨਾਂ ਨੂੰ ਆਪਾਂ ਵਰਤ ਸਕਦੇ ਹਾਂ। ਇਕੱਲਿਆਂ ਦਾ ਇਹਨਾਂ ਦਾ ਕੋਈ ਮਤਲਬ ਨਹੀਂ ਬਣਦਾ ਹੈਗਾ। ਪਰੰਤੂ ਅੱਖ, ਪਿੰਡ ਤੇ ਘਰ ਇਕੱਲੇ ਵਰਤੇ ਜਾ ਸਕਦੇ ਹਨ। ਇਸ ਆਧਾਰ ਤੇ ਭਾਵੰਸ਼ ਨੇ ਜਿਹੜੇ ਦੋ ਪ੍ਰਕਾਰ ਦੇ ਨੇ। ਅੱਗੇ ਫਿਰ ਭਾਵੰਸ਼ਾਂ ਨੂੰ ਦੋ ਪ੍ਰਕਾਰ ਦੇ ਵਿੱਚ ਵੰਡਿਆ ਗਿਆ, ਸੁਤੰਤਰ ਭਾਵੰਸ਼ ਤੇ ਬੰਦੇਜੀ, ਜੁੜਵੇਂ ਤੇ ਬੰਦੇਜੀ ਭਾਵੰਸ਼। ਸੁਤੰਤਰ ਆਪਣੇ ਆਪ ਦੇ ਵਿੱਚ ਜਿਹੜੇ ਪੂਰੇ ਹੁੰਦੇ ਨੇ, ਠੀਕ ਹੈ। ਬੰਦੇਜੀ ਜਿਹੜੇ ਦੂਜਿਆਂ ਦੇ ਨਾਲ ਜੁੜੇ ਹੁੰਦੇ ਨੇ। ਸੁਤੰਤਰ ਕਿਵੇਂ ਸੀ? ਜਿਵੇਂ ਮੈਂ ਤੁਹਾਨੂੰ ਦੱਸਿਆ, ਮਾਂ, ਕਾਂ, ਗਾਂ, ਹਾਂ, ਨਾ, ਠੀਕ ਹੈ, ਇਹ ਜਾਂ, ਇਹ ਸਾਰੇ ਕਿੰਨੇ ਸੁਤੰਤਰ ਨੇ। ਤੇ ਜਿਹੜੇ ਇਹ ਵਾਲੇ ਨੇ, ਈ, ਓ ਤੇ ਆ, ਇਹ ਕਿੰਨੇ ਜੁੜਵੇਂ ਬੰਦੇਜੀ ਨੇ। ਕਿਉਂਕਿ ਇਹ ਇਹਨਾਂ ਸ਼ਬਦਾਂ ਦੇ ਨਾਲ ਜੁੜ ਕੇ ਆਪਣਾ ਅਰਥ ਦੇ ਰਹੇ ਨੇ। ਠੀਕ ਹੈ। ਇਹ ਸ਼ਬਦ ਇਕੱਲੇ ਵੀ ਵਰਤੇ ਜਾਣਗੇ, ਪਰ ਜਦੋਂ ਆਪਾਂ ਇਹਨਾਂ ਨੂੰ ਭਾਵੰਸ਼ਾਂ ਨੂੰ ਇਹਨਾਂ ਦੇ ਨਾਲ ਲਾ ਦਾਂਗੇ ਫਿਰ ਕੀ ਨੇ? ਇਹ ਇਹਨਾਂ ਦੇ ਨਾਲ ਜੁੜ ਗਏ, ਸੁਤੰਤਰ ਹੋ ਗਏ, ਜੁੜਵੇਂ ਤੇ ਬੰਦੇਜੀ ਭਾਵੰਸ਼ ਹੋ ਗਏ। ਅੱਗੇ ਆਪਾਂ ਵਿਸਥਾਰ ਦੇ ਨਾਲ ਪੜਾਂਗੇ ਇਹਨਾਂ ਬਾਰੇ। ਸੁਤੰਤਰ ਭਾਵੰਸ਼ ਜਿਹੜੇ ਭਾਵੰਸ਼ ਇਕੱਲੇ ਵਰਤੇ ਜਾਂਦੇ ਹਨ ਉਹਨਾਂ ਨੂੰ ਸੁਤੰਤਰ ਭਾਵੰਸ਼ ਕਿਹਾ ਜਾਂਦਾ, ਜਿਵੇਂ ਮੈਂ ਤੁਹਾਨੂੰ ਪਹਿਲਾਂ ਐਗਜ਼ਾਮਪਲ ਦਿੱਤੀ ਹੈ। ਤੇ ਜਿਹੜੇ ਜੁੜਵੇਂ ਬੰਦੇਜੀ ਭਾਵੰਸ਼ ਨੇ ਉਹ ਇਹ ਵਾਲੇ ਨੇ। ਜਿਹੜੇ ਭਾਵੰਸ਼ ਸੁਤੰਤਰ ਨਹੀਂ ਵਰਤੇ ਜਾਂਦੇ ਬਲਕਿ ਉਹ ਹਮੇਸ਼ਾ ਦੂਸਰੇ ਭਾਵੰਸ਼ਾਂ ਨਾਲ ਜੁੜ ਕੇ ਵਰਤੇ ਜਾਣ, ਉਹਨਾਂ ਨੂੰ ਜੁੜਵੇਂ ਜਾਂ ਬੰਦੇਜੀ ਭਾਵੰਸ਼ ਕਿਹਾ ਜਾਂਦਾ ਹੈ। ਇਸ ਤਰ੍ਹਾਂ ਵਿਆਕਰਨ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਪਰਿਭਾਸ਼ਾ ਇਹ ਹੈ। ਸੁਤੰਤਰ ਭਾਵੰਸ਼ ਨੂੰ ਕੀ ਕਹਿੰਦੇ ਅਸੀਂ? ਸ਼ਬਦ ਕਹਿੰਦੇ ਆ। ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ। ਫਿਰ ਆਮ ਤੌਰ ਤੇ ਸ਼ਬਦਾਂ ਨੂੰ ਅਰਥਾਂ ਦੀ ਦ੍ਰਿਸ਼ਟੀ ਤੋਂ ਦੋ ਵਰਗਾਂ ਦੇ ਵਿੱਚ ਵੰਡਿਆ ਗਿਆ। ਪਹਿਲਾਂ ਆਪਾਂ ਨੇ ਭਾਵੰਸ਼ਾਂ ਨੂੰ ਦੋ ਵਰਗਾਂ ਦੇ ਵਿੱਚ ਦੇਖਿਆ। ਭਾਵੰਸ਼ ਕਿੰਨੇ ਪ੍ਰਕਾਰ ਦੇ ਨੇ? ਦੋ ਪ੍ਰਕਾਰ ਦੇ, ਸੁਤੰਤਰ ਭਾਵੰਸ਼ ਤੇ ਜੁੜਵੇਂ ਜਾਂ ਬੰਦੇਜੀ ਭਾਵੰਸ਼। ਅੱਗੇ ਅਰਥ ਦੀ ਦ੍ਰਿਸ਼ਟੀ ਤੋਂ ਆਪਾਂ ਨੇ ਸ਼ਬਦ ਬੋਧ ਬਾਰੇ ਵਿਸਥਾਰ ਪੂਰਵਕ ਪੜ੍ਹ ਰਹੇ ਹਾਂ। ਇਹ ਤੁਹਾਨੂੰ ਇੰਨਾ ਜਿਹੜਾ ਡੀਪਲੀ ਕਿਤੋਂ ਨਹੀਂ ਮਿਲਣਾ ਹੈਗਾ। ਜਿਹੜਾ ਆਮ ਬੁੱਕਸ ਦੇ ਵਿੱਚ ਦਿੱਤਾ ਹੁੰਦਾ ਉਹਦੇ ਵਿੱਚ ਸਿੰਪਲ ਭਾਵੰਸ਼ ਬਾਰੇ ਦੇ ਦਿੰਦੇ ਨੇ, ਪਰ ਸੁਤੰਤਰ ਤੇ ਬੰਦੇਜੀ ਆਪਾਂ ਨੂੰ ਅੱਗੇ ਵੀ ਵਿਸਥਾਰ ਪੂਰਵਕ ਦਿੱਤਾ ਹੋਇਆ ਹੈ। ਅੱਗੇ ਅਰਥ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ ਕਿੰਨੇ ਪ੍ਰਕਾਰ ਦੀ ਹੈ? ਦੋ ਪ੍ਰਕਾਰ ਦੀ, ਸਾਰਥਕ ਸ਼ਬਦ ਤੇ ਨਿਰਾਰਥਕ ਸ਼ਬਦ। ਸਾਰਥਕ ਸ਼ਬਦ ਉਹ ਹੁੰਦੇ ਨੇ ਜਿਹੜੇ ਸ਼ਬਦਾਂ ਦਾ ਕੋਈ ਨਾ ਕੋਈ ਅਰਥ ਹੁੰਦਾ ਹੈ, ਤੇ ਨਿਰਾਰਥਕ ਸ਼ਬਦ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦਾਂ ਦਾ ਕੋਈ ਅਰਥ ਨਹੀਂ ਹੁੰਦੇ
ਨਿਰਾਰਥਕ ਸ਼ਬਦ ਹਮੇਸ਼ਾ ਸਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਹੀ ਆਉਂਦੇ ਨੇ। ਸਾਰਥਕ ਸ਼ਬਦ ਜਿਵੇਂ ਪੈਨਸਿਲ, ਕਿਤਾਬ, ਪੈਨ, ਕਾਪੀ, ਪੱਖਾ, ਚਾਹ, ਰੋਟੀ, ਪਾਣੀ, ਇਹ ਸਾਰੇ ਕੀ ਨੇ? ਸਾਰਥਕ ਸ਼ਬਦ ਨੇ। ਪਰ ਜਦੋਂ ਨਿਰਾਰਥਕ ਸ਼ਬਦ ਨੇ ਜਿਹੜੇ, ਉਹ ਆਪਾਂ ਇਕੱਲੇ ਨਹੀਂ ਵਰਤ ਸਕਦੇ ਹੈਗੇ, ਉਹ ਹਮੇਸ਼ਾ ਸਾਰਥਕ ਸ਼ਬਦਾਂ ਦੇ ਨਾਲ ਲੱਗ ਕੇ ਹੀ ਆਉਂਦੇ ਨੇ। ਜਿਵੇਂ ਚਾਹ, ਚੂ, ਪਾਣੀ, ਧਾਣੀ, ਰੋਟੀ, ਰਾਟੀ, ਦੁਕਾਨ, ਦੁਕੂਨ, ਇਸ ਤਰ੍ਹਾਂ। ਠੀਕ ਹੈ, ਅੱਗੇ ਆਪਾਂ ਵਿਸਥਾਰਪੂਰਵਕ ਪੜ੍ਹਦੇ ਹਾਂ ਇਹਨਾਂ ਨੂੰ। ਹਾਂਜੀ, ਸਾਰਥਕ ਸ਼ਬਦ ਜਿਹੜੇ ਸ਼ਬਦਾਂ ਦੇ ਆਪਣੇ ਅਰਥ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਸਾਰਥਕ ਸ਼ਬਦ ਕਹਿੰਦੇ ਹਾਂ। ਜਿਵੇਂ ਮੇਜ਼, ਘੋੜਾ, ਕਿਤਾਬ ਆਦਿ ਕੀ ਨੇ? ਇਹ ਸਾਰਥਕ ਸ਼ਬਦ ਨੇ। ਨਿਰਾਰਥਕ ਸ਼ਬਦ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦਾਂ ਦਾ ਕੋਈ ਅਰਥ ਹੁੰਦਾ ਉਹ ਸਾਰਥਕ ਸ਼ਬਦ ਹੁੰਦੇ ਨੇ। ਜਿਵੇਂ ਤੁਹਾਨੂੰ ਮੈਂ ਪਹਿਲਾਂ ਕਲੀਅਰ ਕਰਤਾ ਸਾਰਾ ਇਹ। ਜਿਹੜੇ ਸ਼ਬਦਾਂ ਦੇ ਆਪਣੇ ਕੋਈ ਅਰਥ ਨਾ ਹੋਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਹਾਂ? ਨਿਰਾਰਥਕ ਸ਼ਬਦ ਕਹਿੰਦੇ ਹਾਂ। ਜਿਵੇਂ ਚਾਹ, ਚੂ, ਕੁਰਸੀ, ਕਰਸੀ, ਰੋਟੀ, ਰਾਟੀ। ਹੁਣ ਜੇ ਆਪਾਂ ਇਹਨਾਂ ਨੂੰ ਅਲੱਗ ਤੋਂ ਕਰ ਲਈਏ ਵੀ ਚੂ, ਕਰਸੀ ਤੇ ਰਾਟੀ, ਇਹਨਾਂ ਦਾ ਕੋਈ ਅਰਥ ਨਹੀਂ ਬਣਦਾ ਹੈਗਾ, ਕੋਈ ਮੀਨਿੰਗ ਨਹੀਂ ਬਣਦਾ ਹੈਗਾ। ਇਸ ਕਰਕੇ ਹਮੇਸ਼ਾ ਨਾ ਆਪਾਂ ਇਹਨਾਂ ਨੂੰ ਇਕੱਲਿਆਂ ਨੂੰ ਵਰਤ ਸਕਦੇ, ਇਹ ਹਮੇਸ਼ਾ ਸਾਰਥਕ ਸ਼ਬਦਾਂ ਦੇ ਨਾਲ ਹੀ ਜੁੜ ਕੇ ਆਉਂਦੇ ਨੇ। ਇੱਥੇ ਚੂ, ਕਰਸੀ ਤੇ ਰੋਟੀ ਨਿਰਾਰਥਕ ਸ਼ਬਦ ਹਨ। ਨਿਰਾਰਥਕ ਸ਼ਬਦ ਕਦੇ ਵੀ ਇਕੱਲੇ ਨਹੀਂ ਵਰਤੇ ਜਾਂਦੇ, ਬਲਕਿ ਇਹਨਾਂ ਦੀ ਵਰਤੋਂ ਹੈ ਜਿਹੜੀ ਸਾਰਥਕ ਸ਼ਬਦਾਂ ਦੇ ਨਾਲ ਜੋੜ ਕੇ ਕੀਤੀ ਜਾਂਦੀ ਹੈ। ਕਈ ਭਾਸ਼ਾ ਵਿਗਿਆਨੀਆਂ ਅਨੁਸਾਰ ਕੋਈ ਸ਼ਬਦ ਸਾਰਥਕ ਨਹੀਂ ਹੁੰਦਾ, ਕਿਉਂਕਿ ਜੇ ਇਹ ਨਿਰਾਰਥਕ ਹੈ ਤਾਂ ਉਸ ਨੂੰ ਸ਼ਬਦ ਨਹੀਂ ਕਿਹਾ ਜਾ ਸਕਦਾ। ਉਹਨਾਂ ਦੇ ਮਤ ਅਨੁਸਾਰ ਜਿਸ ਨੂੰ ਨਿਰਾਰਥਕ ਸ਼ਬਦ ਕਿਹਾ ਜਾਂਦਾ ਹੈ ਉਹ ਵੀ ਸਾਰਥਕ ਸ਼ਬਦਾਂ ਤੋਂ ਪ੍ਰਾਪਤ ਹੋ ਰਹੇ ਅਰਥਾਂ ਦੇ ਘੇਰੇ ਨੂੰ ਹੋਰ ਵਿਸਥਾਰ ਕਰ ਦਿੰਦੇ ਨੇ। ਜਿਵੇਂ ਚੂ, ਕਰਸੀ, ਰਾਟੀ, ਜਿਵੇਂ ਰੋਟੀ, ਰਾਟੀ, ਚਾਹ, ਚੂ, ਕੁਰਸੀ, ਕਰਸੀ, ਇਸ ਤਰ੍ਹਾਂ ਦੇ। ਇਹਨਾਂ ਦੇ ਅਰਥ ਕੁਰਸੀ ਦੀ ਥਾਂ ਤੇ ਉਹ ਜਿਹਾ ਹੋਰ ਵੀ ਚੂ ਦੀ ਵਰਤੋਂ ਨਾਲ ਚਾਹ ਵਰਗਾ ਤੇ ਹੋਰ ਰਾਟੀ ਦੀ ਵਰਤੋਂ ਨਾਲ ਰੋਟੀ ਵਰਗੇ ਜਿਹੜੇ ਅਰਥ ਨੇ ਉਹ ਕੁਝ ਹੋਰ ਵਾਲੇ ਅਰਥਾਂ ਦਾ ਵੀ ਸੰਚਾਰ ਕਰ ਰਹੇ ਹੁੰਦੇ ਨੇ, ਨਾਲ ਹੀ ਦੂਜੇ ਸ਼ਬਦਾਂ ਦਾ ਵੀ ਸੰਚਾਰ ਕਰਦੇ ਨੇ। ਬਸ ਆਪਾਂ ਨੇ ਇੰਨਾ ਕੁ ਯਾਦ ਰੱਖਣਾ ਵੀ ਜਿਹੜੇ ਸਾਰਥਕ ਸ਼ਬਦ ਹੁੰਦੇ ਨੇ ਉਹ ਹਮੇਸ਼ਾ ਇਕੱਲੇ ਆਉਂਦੇ ਨੇ। ਸਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਹੁੰਦਾ। ਨਿਰਾਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ, ਉਹ ਹਮੇਸ਼ਾ ਸਾਰਥਕ ਸ਼ਬਦਾਂ ਦੇ ਨਾਲ ਜੁੜ ਕੇ ਆਉਂਦੇ ਨੇ। ਨੈਕਸਟ ਹੈਗਾ ਰਚਨਾ ਦੇ ਪੱਖ ਤੋਂ ਸ਼ਬਦਾਂ ਦੀ ਸ਼੍ਰੇਣੀਆਂ ਕੀ ਨੇ। ਹੁਣ ਆਪਾਂ ਨੇ ਰਚਨਾ ਦੇ ਪੱਖ ਤੋਂ ਪੜ੍ਹਿਆ। ਰਚਨਾ ਦੇ ਪੱਖ ਤੋਂ ਸ਼ਬਦਾਂ ਦੀਆਂ ਦੋ ਸ਼੍ਰੇਣੀਆਂ ਹੁੰਦੀਆਂ ਨੇ, ਮੂਲ ਸ਼ਬਦ ਜਾਂ ਰੂੜ ਸ਼ਬਦ, ਰਚਿਤ ਸ਼ਬਦ ਜਾਂ ਯੋਗਿਕ ਸ਼ਬਦ। ਮੂਲ ਸ਼ਬਦ ਕਿਹੜੇ ਹੁੰਦੇ ਨੇ? ਜਿਹੜੇ ਸੁਤੰਤਰ ਭਾਵਾਂਸ਼ ਹੁੰਦੇ ਨੇ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਮੂਲ ਸ਼ਬਦ ਕਹਿੰਦੇ ਆ। ਇਹਨਾਂ ਸ਼ਬਦਾਂ ਨੂੰ ਅੱਗੇ ਤੋਂ ਸਾਰਥਕ ਹਿੱਸਿਆਂ ਵਿੱਚ ਨਹੀਂ ਵੰਡਿਆ ਜਾ ਸਕਦਾ, ਜਿਵੇਂ ਪਿਆਰ, ਪੁੱਤਰ, ਦੁਨੀਆ, ਸੱਚ, ਤੇਲ, ਸੋਨਾ। ਠੀਕ ਹੈ, ਅੱਗੇ ਆਪਾਂ ਇਹਨਾਂ ਨੂੰ ਕੀ ਹੈ ਜਿਹੜੇ ਸਾਰਥਕ ਹਿੱਸਿਆਂ ਦੇ ਵਿੱਚ ਨਹੀਂ ਵੰਡ ਸਕਦੇ ਹੈਗੇ। ਜਿਹੜੇ ਰਚਿਤ ਸ਼ਬਦ ਹੁੰਦੇ ਨੇ ਉਹ ਕੀ ਨੇ? ਜਿਹੜੇ ਸ਼ਬਦ ਦੋ ਜਾਂ ਇਸ ਤੋਂ ਵੱਧ ਮੂਲ ਸ਼ਬਦਾਂ ਦੀ ਵਰਤੋਂ ਦੇ ਨਾਲ ਰਚੇ ਜਾਂਦੇ ਹਨ, ਇਹ ਸ਼ਬਦ ਮੂਲ ਸ਼ਬਦਾਂ ਦੀ ਵਰਤੋਂ ਦੇ ਨਾਲ ਰਚੇ ਜਾਂਦੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਰਚਿਤ ਸ਼ਬਦ ਕਹਿੰਦੇ ਆ। ਜਾਂ ਯੋਗਿਕ ਮਤਲਬ ਦੂਸਰੇ ਦੇ ਨਾਲ ਜੁੜ ਕੇ ਆਉਂਦੇ ਨੇ, ਜਿਵੇਂ ਮਨਮੁਖ, ਸਪੁੱਤਰ, ਘਰਵਾਲੀ, ਸਰਬ ਸ਼ਕਤੀਮਾਨ, ਮਨ ਮੁਖ, ਸਪੁੱਤਰ, ਘਰ ਵਾਲੀ, ਇਸ ਤਰ੍ਹਾਂ। ਇਹ ਕੀ ਨੇ? ਮਨ ਪਰਚਾਵਾ। ਇਹ ਯੋਗਿਕ ਸ਼ਬਦ ਨੇ, ਇਹ ਰਚਿਤ ਸ਼ਬਦ ਨੇ। ਅੱਗੇ ਫਿਰ ਰਚਿਤ ਸ਼ਬਦ ਨੂੰ ਕਿੰਨੇ ਕਿਸਮਾਂ ਦੇ ਵਿੱਚ ਵੰਡਿਆ ਗਿਆ? ਦੋ ਕਿਸਮਾਂ ਦੇ ਵਿੱਚ ਵੰਡਿਆ ਗਿਆ। ਕਿਹੜੇ ਕਿਹੜੇ ਹੁੰਦੇ ਨੇ? ਸਮਾਸੀ ਸ਼ਬਦ ਜਾਂ ਉਤਪੰਨ ਸ਼ਬਦ। ਸਮਾਸੀ ਸ਼ਬਦ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦ ਦੋ ਜਾਂ ਦੋ ਤੋਂ ਵੱਧ ਸ਼ਬਦਾਂ ਦੇ ਜੋੜ ਤੋਂ ਬਣੇ ਹੋਣ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਸਮਾਸੀ ਸ਼ਬਦ ਕਹਿੰਦੇ ਆ। ਅਜਿਹੇ ਸ਼ਬਦਾਂ ਦੇ ਵਿਚਕਾਰ ਜੋੜ ਨਹੀਂ ਪਾ ਕੇ ਲਿਖਿਆ ਜਾਂਦਾ, ਜਿਵੇਂ ਆਪਾਂ ਵਿਸ਼ਰਾਮ ਚਿੰਨ੍ਹ ਦੇ ਵਿੱਚ ਪੜ੍ਹਦੇ ਆ ਨਾ, ਇਹਨੂੰ ਜੋੜ ਨਹੀਂ ਕਹਿੰਦੇ ਆ। ਜਿਹੜੀ ਥੋੜੀ ਜਿਹੀ ਇਸ ਤੋਂ ਵੱਡੀ ਹੋ ਜੂਗੀ ਉਹਨੂੰ ਆਪਾਂ ਡੈਸ਼ ਬੋਲ ਦਿੰਦੇ ਆ। ਫਿਰ ਜਿਵੇਂ ਲਾਰਾ, ਲੱਪਾ, ਹਰਮਨ ਪਿਆਰਾ, ਦਿਨ ਰਾਤ ਤੇ ਮਨ ਪਰਚਾਵਾ। ਅੱਗੇ ਹੈਗੇ ਨੇ ਉਤਪੰਨ ਸ਼ਬਦ। ਉਤਪੰਨ ਕਿਹੜੇ ਹੁੰਦੇ ਨੇ? ਜਿਹੜੇ ਸ਼ਬਦ ਮੂਲ ਸ਼ਬਦਾਂ ਨਾਲ ਵਧੇਤਰ ਅਰਥਾਤ ਅਗੇਤਰ ਜਾਂ ਪਿਛੇਤਰ, ਕਦੇ ਮਧੇਤਰ ਵੀ ਲਾ ਕੇ ਬਣਾਏ ਜਾਂਦੇ ਨੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ? ਉਤਪੰਨ ਸ਼ਬਦ ਕਹਿੰਦੇ ਆ। ਇਹਨਾਂ ਸ਼ਬਦਾਂ ਵਿੱਚ ਵਧੇਤਰ ਤੇ ਮੂਲ ਸ਼ਬਦ ਨਾਲ ਜੋੜਨੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਹੜੇ ਵਧੇਤਰ ਤੇ ਮੂਲ ਸ਼ਬਦ ਹੁੰਦੇ ਨੇ ਉਹਨਾਂ ਦੇ ਨਾਲ ਜੋੜਨੇ ਦੀ ਵਰਤੋਂ ਨਹੀਂ ਕੀਤੀ ਜਾਂਦੀ। ਜਿਵੇਂ ਦਿਨ, ਰਾਤ, ਮਨ, ਪਰਚਾਵਾ। ਮਨ ਵਾਲੇ ਸ਼ਬਦ ਹੋ ਗਏ, ਪਰਚਾਵਾ ਹੋ ਗਿਆ। ਜਿਵੇਂ ਨਾਬਾਲਗ, ਕਹਾਣੀਕਾਰ, ਸਪੁੱਤਰ, ਬਖਸ਼ਣਹਾਰ। ਇਹਦੇ ਵਿੱਚ ਕਰਮਵਾਰ ਨਾ, ਕਾਰ, ਸ, ਠੀਕ ਹੈ, ਹਾਰ, ਇਹ ਕਿਨੇ ਵਧੇਤਰ ਸ਼ਬਦਾਂ ਵਜੋਂ ਵਰਤੇ ਗਏ ਨੇ। ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀ ਵੰਡ ਕਿਵੇਂ ਕੀਤੀ ਜਾਂਦੀ ਹੈ? ਉਤਪਤੀ ਦੀ ਦ੍ਰਿਸ਼ਟੀ ਤੋਂ ਸ਼ਬਦਾਂ ਦੀਆਂ ਤਿੰਨ ਕਿਸਮਾਂ ਨੇ, ਤਤਸਮ, ਤਦਭਵ ਤੇ ਦੇਸੀ ਸ਼ਬਦ। ਠੀਕ ਹੈ, ਤਤਸਮ ਸ਼ਬਦ ਕਿਹੜੇ ਹੁੰਦੇ ਨੇ? ਜਦੋਂ ਇੱਕ ਭਾਸ਼ਾ ਵਿੱਚ ਕਿਸੇ ਹੋਰ ਭਾਸ਼ਾ ਦੇ ਸ਼ਬਦਾਂ ਨੂੰ ਹੂਬਹੂ ਰੂਪ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ ਤਾਂ ਉਹਨਾਂ ਨੂੰ ਅਸੀਂ ਕੀ ਕਹਿੰਦੇ ਆ?
ਤਤਸਮ ਸ਼ਬਦ ਕਹਿੰਦੇ ਆ। ਜਿਵੇਂ ਕਾਰ, ਸਕੂਲ, ਇਹ ਅੰਗਰੇਜ਼ੀ ਦੇ ਸ਼ਬਦ ਸੀ, ਇਹਨਾਂ ਨੂੰ ਆਪਾਂ ਨੇ ਪੰਜਾਬੀ ਦੇ ਵਿੱਚ ਉਵੇਂ ਸ਼ਾਮਲ ਕਰ ਲਿਆ। ਗਿਆਨ, ਸ਼ਕਤੀ ਸੰਸਕ੍ਰਿਤ ਦੇ ਸ਼ਬਦ ਸੀਗੇ। ਤਾਰੀਖ, ਚਸ਼ਮਾ ਅਰਬੀ ਫਾਰਸੀ ਤੋਂ ਲਏ ਗਏ। ਪੁੱਤਰ, ਨਦੀ ਹਿੰਦੀ ਦੇ ਸ਼ਬਦ ਨੇ, ਇਹਨਾਂ ਨੂੰ ਪੰਜਾਬੀ ਭਾਸ਼ਾ ਦੇ ਵਿੱਚ ਤਤਸਮ ਰੂਪ ਦੇ ਵਿੱਚ ਵਰਤਿਆ ਜਾਂਦਾ ਹੈ। ਤਦਭਵ ਹੁਣ ਯਾਦ ਰੱਖਣਾ ਤਤਸਮ ਕਿਹੜੇ ਹੁੰਦੇ ਨੇ, ਜਿਹੜੀ ਕਿਸੇ ਹੋਰ ਭਾਸ਼ਾ ਦੇ ਸ਼ਬਦ ਨੇ ਜਿਹੜੇ ਉਹਨਾਂ ਨੂੰ ਹੂਬਹੂ ਰੂਪ ਦੇ ਵਿੱਚ ਸੇਮ ਉਸੇ ਰੂਪ ਦੇ ਵਿੱਚ ਆਪਣੀ ਭਾਸ਼ਾ ਦੇ ਵਿੱਚ ਸ਼ਾਮਲ ਕਰ ਲਿਆ ਜਾਂਦਾ ਹੈ, ਤਾਂ ਉਹ ਹੁੰਦੇ ਨੇ ਤਤਸਮ ਸ਼ਬਦ। ਤਦਭਵ ਕਿਹੜੇ ਹੁੰਦੇ ਨੇ, ਜਿਹੜੇ ਸ਼ਬਦਾਂ ਨੂੰ ਕਿਸੇ ਹੋਰ ਭਾਸ਼ਾ ਤੋਂ ਲੈ ਕੇ ਉਹਨਾਂ ਦਾ ਰੂਪ ਬਦਲ ਕੇ ਵਰਤਿਆ ਜਾਵੇ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਤਦਭਵ ਸ਼ਬਦ ਕਹਿੰਦੇ ਆ। ਜਿਵੇਂ ਸੈਕਟਰੀ, ਇਹਨੂੰ ਸੈਕਟਰੀ ਬੋਲਾਂਗੇ ਅੰਗਰੇਜ਼ੀ ਦੇ ਵਿੱਚ। ਲక్ష్ਮੀ, ਲੱਛਮੀ ਸੰਸਕ੍ਰਿਤ ਦਾ ਸ਼ਬਦ। ਕਵੀ, ਕਵੀ ਹਿੰਦੀ ਦਾ। ਦੇਸੀ ਸ਼ਬਦ ਕਿਹੜੇ ਹੁੰਦੇ ਨੇ, ਜਿਹੜੇ ਸ਼ਬਦ ਆਪਣੇ ਕਾਰ ਵਿਹਾਰ, ਜੀਵਨ ਜਾਚ ਤੇ ਸੱਭਿਆਚਾਰ ਨਾਲ ਸੰਬੰਧਿਤ ਹੁੰਦੇ ਹਨ, ਉਹਨਾਂ ਨੂੰ ਅਸੀਂ ਦੇਸੀ ਸ਼ਬਦ ਕਹਿੰਦੇ ਹਾਂ। ਜਿਵੇਂ ਮੰਜੀ, ਕਹੀ, ਦਾਤਰੀ, ਇੱਟ ਤੇ ਕੜਾ ਆਦਿ। ਅੱਗੇ ਰੂਪ ਦੇ ਆਧਾਰ ਤੇ ਸ਼ਬਦਾਂ ਦੀ ਵੰਡ। ਰੂਪ ਦੇ ਆਧਾਰ ਤੇ ਸ਼ਬਦ ਕਿਹੜੇ ਹੁੰਦੇ ਨੇ, ਵਿਕਾਰੀ ਸ਼ਬਦ ਤੇ ਅਵਿਕਾਰੀ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਨੇ। ਇਹਨਾਂ ਦੇ ਵਿੱਚ ਆਪਾਂ ਜਿਹੜੇ ਵਿਕਾਰ ਪੈਦਾ ਕਰਦੇ ਨੇ ਉਹਨਾਂ ਨੂੰ ਕੀ ਕਹਿੰਦੇ ਆ, ਵਿਕਾਰੀ ਸ਼ਬਦ, ਜਿਨ੍ਹਾਂ ਦੇ ਵਿੱਚ ਕੋਈ ਪਰਿਵਰਤਨ ਨਹੀਂ ਹੁੰਦਾ, ਠੀਕ ਹੈ। ਤੇ ਅਵਿਕਾਰੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੋਈ, ਆਪਾਂ ਇਹਦੇ ਵਿੱਚ ਪੜ੍ਹਦੇ ਹਾਂ, ਜਿਹੜੇ ਸ਼ਬਦਾਂ ਦੇ ਰੂਪ ਵਿੱਚ ਕੋਈ ਨਾ ਕੋਈ ਪਰਿਵਰਤਨ ਸੰਭਵ ਹੁੰਦਾ ਹੈ, ਕੋਈ ਨਾ ਕੋਈ ਪਰਿਵਰਤਨ ਸੰਭਵ ਹੁੰਦਾ, ਉਹਨਾਂ ਨੂੰ ਅਸੀਂ ਕੀ ਕਹਿੰਦੇ ਆ, ਵਿਕਾਰੀ ਸ਼ਬਦ ਕਹਿੰਦੇ ਆ। ਉਹਨਾਂ ਨੂੰ ਵਿਕਾਰੀ ਸ਼ਬਦ ਕਹਿੰਦੇ। ਇਸੇ ਤਰ੍ਹਾਂ ਅਜਿਹੇ ਸ਼ਬਦਾਂ ਦੇ ਰੂਪ ਵਿੱਚ ਵਿਆਕਰਨਿਕ ਦ੍ਰਿਸ਼ਟੀ ਤੋਂ ਤਬਦੀਲੀ ਸੰਭਵ ਹੁੰਦੀ ਹੈ। ਜਿਵੇਂ ਘੋੜਾ, ਘੋੜੇ, ਇਹਦੇ ਵਿੱਚ ਆਪਾਂ ਚੇਂਜ ਕਰਤਾ ਕੁੜੀ, ਕੁੜੀਆਂ, ਕੁੜੀਓ, ਗੋਰਾ, ਗੋਰੇ, ਗੋਰਿਓ, ਠੀਕ ਹੈ। ਜਿਹੜੇ ਸ਼ਬਦਾਂ ਦੇ ਰੂਪ ਦੇ ਵਿੱਚ ਕੋਈ ਨਾ ਕੋਈ ਪਰਿਵਰਤਨ ਸੰਭਵ ਹੁੰਦਾ ਹੈ, ਇਹ ਸੰਭਵ ਸੀਗਾ ਇਹਨਾਂ ਦੇ ਵਿੱਚ ਪਰਿਵਰਤਨ, ਤਾਂ ਇਹ ਕਿਹੜੇ ਹੋ ਗਏ, ਵਿਕਾਰੀ ਸ਼ਬਦ ਹੋ ਗਏ। ਅਵਿਕਾਰੀ ਸ਼ਬਦ ਕਿਹੜੇ ਹੁੰਦੇ ਨੇ, ਅਵਿਕਾਰੀ ਸ਼ਬਦ ਜਿਹੜੇ ਸ਼ਬਦਾਂ ਦੇ ਰੂਪ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਪਰਿਵਰਤਨ ਸੰਭਵ ਨਹੀਂ ਹੁੰਦਾ, ਉਹਨਾਂ ਸ਼ਬਦਾਂ ਨੂੰ ਅਵਿਕਾਰੀ ਸ਼ਬਦ ਕਿਹਾ ਜਾਂਦਾ ਹੈ। ਇੰਜ ਅਜਿਹੇ ਸ਼ਬਦਾਂ ਦੇ ਰੂਪ ਵਿੱਚ ਵਿਆਕਰਨਿਕ ਦ੍ਰਿਸ਼ਟੀ ਤੋਂ ਕਿਸੇ ਤਰ੍ਹਾਂ ਦੀ ਤਬਦੀਲੀ ਸੰਭਵ ਨਹੀਂ ਹੁੰਦੀ ਹੈਗੀ। ਅਜਿਹੇ ਸ਼ਬਦ ਯੋਜਕ ਹੀ ਹੁੰਦੇ ਹਨ। ਜਿਵੇਂ ਨੇ, ਨੂੰ, ਕੀ, ਜਿਹੜੇ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜਦੇ ਨੇ ਉਹ ਯੋਜਕ ਹੁੰਦੇ ਨੇ, ਇਹਨਾਂ ਦੇ ਵਿੱਚ ਕੋਈ ਪਰਿਵਰਤਨ ਸੰਭਵ ਨਹੀਂ ਹੁੰਦਾ ਹੈਗਾ ਜੀ। ਧੰਨਵਾਦ ਜੀ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਜ਼ਰੂਰ ਕਰਿਓ।